पेश है विज्ञान लड़ीवार आउण वाला कल दी 39वीं कड़ी। खोज ते मूल लेखन डॉक्टर ER सुब्रमण्यम। संकल्प ते लड़ीवार संयोजक डॉक्टर BK त्यागी। पंजाबी रूपांतर ते खोज भारत ज्ञान विज्ञान समिति पंजाब ते चंडीगढ़। प्यारे श्रोतियो, ਬਣਾਉਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 39ਵੀਂ ਕੜੀ ਬਿਹਤਰ ਕੱਲ ਵੱਲ ਵਿੱਚ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਤੇ। हाँ जी श्रोता सज्जनों, सत श्री अकाल, नमस्ते तो बाद अर्ज है कि पिछली कड़ी कोई सुन ना लए विच असीं सुनी सी कहानी ਬਣਾਉਟੀ ਬੌਧਿਕਤਾ ਦੇ ਵਿਕਾਸ ਦੇ ਰਸਤੇ ਦੇ ਵਿਖੜੇ ਪੈਂਡੇ ਤੇ ਪਲਾਂਘਾਂ ਪੁੱਟਣ ਵੇਲੇ ਪੈਦਾ ਹੁੰਦੀਆਂ ਜਟਿਲ ਸਮੱਸਿਆਵਾਂ ਦੀ ਤੇ ਖੜੇ ਹੁੰਦੇ ਬਖੇੜਿਆਂ ਦੀ। ਕੋਈ ਸੁਣ ਨਾ ਲਏ ਵਿੱਚ ਸੁਣਾਈ ਸੀ ਕਹਾਣੀ ਕਿ ਕਿਵੇਂ ਸਾਡੇ ਬਿਨਾਂ ਜਾਣੇ ਹੀ ਸਾਡੀ ਗੁਪਤ ਤੇ ਅਤ ਨਿੱਜੀ ਸੂਚਨਾ ਚਲੀ ਜਾਂਦੀ ਏ ਤੀਜੀ ਧਿਰ ਦੇ ਕੋਲ ਕੰਪਨੀ ਦੇ ਸਰਵਰ ਦੇ ਰਾਹੀਂ। ਮੁਜਰਮਾਨਾ ਗਰੋਹ ਤੇ ਮਾਰਿਆ ਵੱਡਾ ਛਾਪਾ ਹੋ ਗਿਆ ਅਸਫਲ। ਪੈਦਾ ਕਰ ਦਿੱਤੀ ਵੱਡੀ ਸਮੱਸਿਆ ਇੱਕ ਨਿਸ਼ਠਾਵਾਨ ਅਧਿਕਾਰੀ ਦੇ ਲਈ। ਹਾਂਜੀ ਸਰੋਤਾ ਸੱਜਣੋ, ਖੋਲ ਦਿੱਤੇ ਸਨ ਭੇਦ ਇਹ ਵੀ ਕਿ AI ਕੰਪਨੀਆਂ ਲਿਖ ਲੈਂਦੀਆਂ ਨੇ ਬਰੀਕ ਭਾਸ਼ਾ ਵਿੱਚ ਤੇ ਉਹ ਵਰਤ ਸਕਦੀਆਂ ਨੇ ਗਾਹਕਾਂ ਦੇ ਨਿੱਜੀ ਡਾਟਾ ਨੂੰ। ਇਸ ਬਰੀਕ ਲਿਖਤ ਦਾ ਤੇ ਸਰਵਰ ਹੈਕ ਹੋਣ ਦਾ ਸਹਾਰਾ ਲੈ ਕੇ ਕੰਪਨੀ ਨੇ ਵੱਟਿਆ ਟਾਲਾ। ਖੜੇ ਹੋ ਗਏ ਵੱਡੇ ਪ੍ਰਸ਼ਨ ਨਿੱਜਤਾ ਦੀ ਰਾਖੀ ਦੇ, ਤਾਂ ਕਿ ਕੰਪਨੀ ਜਾਂ ਸਰਕਾਰ ਬੇਲੋੜੀ ਤਾਂਕ ਝਾਂਕ ਨਾ ਕਰ ਸਕੇ ਨਾਗਰਿਕਾਂ ਦੇ ਨਿੱਜੀ ਜੀਵਨ ਦੇ ਅੰਦਰ। ਜੀ ਹਾਂ, ਸੁਣਾਈ ਸੀ ਕਹਾਣੀ ਕਿ ਅਜਿਹਾ ਹੋ ਰਿਹਾ ਹੈ ਸੂਚਨਾ ਟੈਕਨੋਲੋਜੀ ਕਾਨੂੰਨਾਂ ਵਿੱਚ ਖਾਮੀਆਂ ਦੇ ਕਾਰਨ, ਜਿਸ ਕਰਕੇ ਲੋੜ ਮਹਿਸੂਸ ਹੋਈ ਕਿ ਗਾਹਕਾਂ ਦਾ ਨਿੱਜੀ ਡਾਟਾ ਕੰਪਨੀਆਂ ਨੂੰ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਤੇ ਨਿਸ਼ੁਲਕ ਵਰਤਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਹਨਾਂ ਕੰਪਨੀਆਂ ਤੋਂ ਡਾਟਾ ਵਰਤਣ ਦਾ ਟੈਕਸ ਉਗਰਾ ਕੇ ਸਰਕਾਰੀ ਆਮਦਨ ਵੀ ਵਧਾਈ ਜਾ ਸਕਦੀ ਹੈ। ਹਾਂ ਜੀ ਸੱਜਣੋ, ਅਦਾਲਤ ਵਿੱਚ ਹੋ ਗਿਆ ਸੀ ਸਾਬਤ ਕਿ ਕੰਪਨੀ ਸੀ ਕਸੂਰਵਾਰ ਸੂਚਨਾ ਲੀਕ ਕਰਨ ਦੀ। ਜੱਜ ਸਾਹਿਬ ਨੇ ਸੁਣਾ ਦਿੱਤਾ ਸੀ ਫੈਸਲਾ ਕਿ ਕੰਪਨੀ ਅਦਾ ਕਰੇ ਵੱਡਾ ਜੁਰਮਾਨਾ। ਵਰਤਿਆ ਜਾਵੇਗਾ ਜੋ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਇਨਸਾਫ ਕਾਰਜਾਂ ਦੇ ਹਿੱਤ। ਪੁਲਿਸ ਅਧਿਕਾਰੀ ਨੂੰ ਕਰ ਦਿੱਤਾ ਸੀ ਅਦਾਲਤ ਨੇ ਬਾਇਜ਼ਤ ਦੋਸ਼ ਮੁਕਤ ਤੇ ਕੰਪਨੀ ਵੱਲੋਂ ਦਿਵਾਇਆ ਸੀ ਉਸ ਨੂੰ ਦੁੱਖ ਤਕਲੀਫਾਂ ਚੱਲਣ ਕਰਕੇ ਹਰਜਾਨਾ। ਹੋ ਗਿਆ ਸੀ ਇਨਸਾਫ ਤੇ ਬਚ ਗਈ ਸੀ ਸਾਖ ਇੱਕ ਇਮਾਨਦਾਰ ਤੇ ਨਿਸ਼ਠਾਵਾਨ ਅਧਿਕਾਰੀ ਦੀ। ਸੁਣਾਵਾਂਗੇ ਅਸੀਂ ਅੱਜ ਕਹਾਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ, ਵਿਕਾਸ ਦੀ, ਭਵਿੱਖ ਦੇ ਪ੍ਰਭਾਵਾਂ ਤੇ ਖਤਰਿਆਂ ਦੀ ਇਸ ਕੜੀ ਬਿਹਤਰ ਕੱਲ ਵੱਲ ਦੇ ਰਾਹੀਂ। ਕੀ ਪਵੇਗਾ ਪ੍ਰਭਾਵ AI ਆਧਾਰਿਤ ਆਟੋਮੇਸ਼ਨ ਦਾ ਸਾਡੇ ਭਾਰਤ ਦੇ ਅਰਥਚਾਰੇ ਦੇ ਉੱਤੇ। ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ ਬਿਹਤਰ ਕੱਲ ਵੱਲ। ਵਾਹ, ਬਹੁਤ ਹੀ ਮਜ਼ੇਦਾਰ ਹੈ। ਕੀ ਗੱਲ ਹੈ ਵੀਰੇ, ਕਿਹੜੀ ਮਜ਼ੇਦਾਰ ਚੀਜ਼ ਮਿਲ ਗਈ? ਇੱਕ ਬਹੁਤ ਹੀ ਮਜ਼ੇਦਾਰ ਵੀਡੀਓ ਰਮਾ। ਐਦਾਂ ਦਾ ਕੀ ਖਾਸ ਹੈ ਇਹਦੇ 'ਚ? ਇਸ ਵੀਡੀਓ 'ਚ ਇੱਕ ਸੇਲਜ਼ਮੈਨ ਗਾਹਕ ਨੂੰ ਨਵੀਂ ਕਾਰ ਦੀ ਚਾਬੀ ਤੇ ਕਾਗਜ਼ ਪੱਤਰ ਦੇ ਰਿਹਾ। ਦਰਅਸਲ ਇਹ ਸੇਲਜ਼ਮੈਨ ਇਨਸਾਨ ਨਹੀਂ ਬਲਕਿ ਹਿਊਮਨੋਇਡ ਰੋਬੋਟ ਹੈ। ਬਿਲਕੁਲ ਇਨਸਾਨ ਵਰਗਾ ਦਿਸਣ ਵਾਲਾ ਰੋਬੋਟ। ਅੱਛਾ, ਆਪਣਾ ਫੋਨ ਤਾਂ ਦਿਓ ਮੈਨੂੰ ਵੇਖਾਂ। ਹੈ ਰੋਬੋਟ ਤਾਂ ਕਾਰ ਦੀਆਂ ਖੂਬੀਆਂ ਦੱਸਦਾ ਹੋਇਆ ਗਾਹਕ ਨੂੰ ਸਮਝਾ ਰਿਹਾ ਹੈ ਕਿ ਉਸ ਨੂੰ ਕੀ ਸਰਵਿਸਿਜ਼ ਮਿਲਣਗੀਆਂ। ਵਾਹ, ਗਜ਼ਬ ਹੈ। ਹਾਂ ਰਮਾ, ਸਾਡੇ ਦੇਸ਼ ਦੀ ਹੀ ਘਟਨਾ ਹੈ। ਪਿੱਛੇ ਜੇ ਕੇਰਲ ਦੇ ਇੱਕ ਸ਼ੋਰੂਮ 'ਚ ਰੋਬੋਟ ਨੂੰ ਇਹ ਕੰਮ ਤੇ ਲਾਇਆ ਗਿਆ। ਹਾਲਾਂਕਿ ਇਹ ਸਭ ਕੁਝ ਬਿਜ਼ਨਸ ਪ੍ਰਮੋਸ਼ਨ ਦਾ ਹੀ ਹਿੱਸਾ, ਪਰ ਇੱਕ ਨਵੀਂ ਸ਼ੁਰੂਆਤ ਤਾਂ ਹੈ ਹੀ। ਆਪਣੇ ਦੇਸ਼ 'ਚ ਕਈ ਸੰਸਥਾਵਾਂ ਨੇ AI 'ਚ ਆਟੋਮੇਸ਼ਨ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਵੀਰੇ ਤੁਸੀਂ ਵੀ ਤਾਂ AI ਦੀ ਪੜ੍ਹਾਈ ਤੋਂ ਬਾਅਦ ਉਸੇ ਉੱਪਰ ਰਿਸਰਚ ਕਰ ਰਹੇ ਹੋ ਨਾ। ਅੱਗੇ ਦੀ ਆਪਣੀ ਯੋਜਨਾ ਬਾਰੇ ਪਾਪਾ ਜੀ ਤੋਂ ਵੀ ਕਾਰੋਬਾਰ ਦੇ ਬਾਰੇ ਥੋੜੀ ਬਹੁਤੀ ਸਲਾਹ ਲੈ ਲਿਓ। ਹਾਂ ਰਮਾ,
AI ਸਟਾਰਟਅਪ 'ਚ ਦਿਲਚਸਪੀ ਵਾਲੇ ਆਪਣੇ ਛੋਟੇ-ਮੋਟੇ ਕਾਰੋਬਾਰੀ ਦੋਸਤਾਂ ਨਾਲ ਗੱਲਬਾਤ ਕਰਾਂਗਾ ਮੈਂ। ਠੀਕ ਹੈ ਵੀਰੇ, ਪਰ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ AI ਨੂੰ ਪ੍ਰਮੋਟ ਕਰਨ ਵਾਲੀਆਂ ਸਰਕਾਰੀ ਯੋਜਨਾਵਾਂ ਦੀ ਤੇ AI ਆਟੋਮੇਸ਼ਨ ਦੇ ਆਰਥਿਕ ਪ੍ਰਭਾਵਾਂ ਦੀ ਜਾਣਕਾਰੀ ਵੀ ਲੈ ਲੈਣੀ ਚਾਹੀਦੀ ਹੈ। ਓਏ ਸ਼ਾਬਾਸ਼ ਏ। ਹਾਂ ਬਈ, ਅੱਜ ਦੋਵਾਂ ਭੈਣ ਭਰਾਵਾਂ ਦਾ ਕੀ ਪਲਾਨ ਬਣ ਰਿਹਾ ਹੈ? ਬੜੇ ਗੰਭੀਰ ਜਾਪਣ ਡਏ ਹੋ। ਬਿਲਕੁਲ ਪਾਪਾ, ਬਿਲਕੁਲ। ਅਸੀਂ ਸੋਚ ਰਹੇ ਹਾਂ ਕਿ ਹਾਲਾਤ ਬਹੁਤ ਬਦਲ ਗਏ ਨੇ, ਸਾਨੂੰ ਹੁਣ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ। ਪਾਪਾ, ਵੀਰਾ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਸਟਾਰਟਅਪ ਸ਼ੁਰੂ ਕਰਨਾ ਚਾਹੁੰਦਾ ਹੈ। ਵਾਹ, ਸਟਾਰਟਅਪ ਯਾਨੀ AI, ਬਹੁਤ ਵਧੀਆ ਵਿਚਾਰ ਹੈ ਬਈ ਪੁੱਤਰੋ। ਥੈਂਕ ਯੂ ਪਾਪਾ ਜੀ। ਕੁਝ ਦੋਸਤਾਂ ਨਾਲ ਮੇਰੀ ਗੱਲਬਾਤ ਹੋਈ ਆ, ਉਹ ਮਿਲ ਕੇ ਕੰਮ ਕਰਨ ਲਈ ਤਿਆਰ ਵੀ ਨੇ। ਬਹੁਤ ਅੱਛੇ, ਪਰ ਸਰਕਾਰੀ ਨੀਤੀਆਂ ਤੇ AI ਆਟੋਮੇਸ਼ਨ ਦੇ ਅਰਥ ਵਿਵਸਥਾ ਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਣਕਾਰੀ ਨਾਲ ਤੈਨੂੰ ਸਹੀ ਫੈਸਲਾ ਲੈਣ ਤੇ ਸਮਝਦਾਰੀ ਭਰਿਆ ਨਿਵੇਸ਼ ਕਰਨ 'ਚ ਹੈਲਪ ਹੋਏਗੀ ਪੁੱਤਰ। ਥੈਂਕ ਯੂ ਸੋ ਮਚ ਪਾਪਾ। ਤੁਹਾਨੂੰ ਤਾਂ ਆਟੋਮੋਬਾਈਲ ਇੰਡਸਟਰੀ 'ਚ ਮੈਨੇਜਰ ਦੇ ਰੂਪ 'ਚ ਬਹੁਤ ਲੰਬਾ ਅਨੁਭਵ ਹੈ। ਮੈਂ ਆਪਣੇ ਕੁਝ ਦੋਸਤਾਂ ਨੂੰ ਕਹਾਂਗਾ ਕਿ ਉਹ ਕਿਸੇ ਸਮੇਂ ਆ ਕੇ AI ਆਟੋਮੇਸ਼ਨ ਬਾਰੇ ਤੁਹਾਡੇ ਨਾਲ ਗੱਲਬਾਤ ਕਰ ਲੈਣ। ਠੀਕ ਹੈ ਆਨੰਦ ਬੇਟੇ, ਠੀਕ ਹੈ। ਪਰ ਅਰਥ ਸ਼ਾਸਤਰ ਦੇ ਪ੍ਰੋਫੈਸਰ ਬਲਵਿੰਦਰ ਕਈ ਕੰਪਨੀਆਂ ਦੇ ਸਲਾਹਕਾਰ ਵੀ ਨੇ, ਉਹਨਾਂ ਦੀ ਵੀ ਸਲਾਹ ਲੈ ਲਈਏ। ਮੈਂ ਪ੍ਰੋਫੈਸਰ ਬਲਵਿੰਦਰ ਨਾਲ ਗੱਲ ਕਰ ਲਵਾਂਗਾ, ਤੂੰ ਉਹਨਾਂ ਨੂੰ ਤੇ ਆਪਣੇ ਦੋਸਤਾਂ ਨੂੰ ਇੱਥੇ ਲੈ ਆਈ। ਗੱਲਬਾਤ ਦੇ ਨਾਲ ਨਾਲ ਦੁਪਹਿਰ ਦਾ ਖਾਣਾ ਵੀ ਇੱਥੇ ਹੀ ਹੋ ਜਾਏਗਾ। ਬਹੁਤ ਵਧੀਆ ਪਾਪਾ, ਠੀਕ ਹੈ। ਪਾਪਾ, AI ਆਟੋਮੇਸ਼ਨ ਵਿੱਚ ਮੇਰਾ ਵੀ ਬਹੁਤ ਇੰਟਰਸਟ ਹੈ। ਲੱਗਦਾ ਹੈ ਕਿ ਕੱਲ ਦੀ ਗੱਲਬਾਤ ਕਾਫੀ ਮਜ਼ੇਦਾਰ ਹੋਏਗੀ। ਠੀਕ ਹੈ ਰਮਾ ਬੇਟੀ, ਕੱਲ ਨੂੰ ਗੱਲਬਾਤ ਕਰਾਂਗੇ। ਓਕੇ ਪਾਪਾ। ਓਹੋ, 7 ਵੱਜ ਗਏ ਨੇ, ਕਿਤੇ ਦੇਰ ਹੀ ਨਾ ਹੋ ਜੇ। ਮੰਮਾ, ਮੰਮੀ, ਪਾਪਾ ਜੀ ਕਿੱਥੇ ਨੇ? ਬਾਹਰ ਲੌਨ 'ਚ ਬੈਠੇ ਅਖਬਾਰ ਪੜ੍ਹ ਰਹੇ ਨੇ। ਕੀ ਗੱਲ, ਕੋਈ ਜ਼ਰੂਰੀ ਕੰਮ ਹੈ? ਹਾਂ ਮੰਮਾ, ਅੱਜ ਅਸੀਂ AI ਆਟੋਮੇਸ਼ਨ ਉੱਪਰ ਜ਼ਰੂਰੀ ਗੱਲਬਾਤ ਕਰਨੀ ਹੈ। ਪਾਪਾ ਜੀ ਨੂੰ ਦੱਸ ਦੇਣਾ, ਮੈਂ ਪ੍ਰੋਫੈਸਰ ਬਲਵਿੰਦਰ ਤੇ ਆਪਣੇ ਦੋਸਤਾਂ ਨੂੰ ਲੈਣ ਜਾ ਰਿਹਾ। ਅੱਧੇ ਕੁ ਘੰਟੇ 'ਚ ਵਾਪਸ ਆ ਜਾਵਾਂਗਾ। ਠੀਕ ਹੈ ਆਨੰਦ ਬੇਟਾ, ਸਭ ਨੂੰ ਦੱਸ ਦੇਣਾ ਕਿ ਦੁਪਹਿਰ ਦਾ ਖਾਣਾ ਇੱਥੇ ਹੀ ਹੋਏਗਾ। ਓਕੇ ਮੋਮ। ਨਮਸਤੇ ਸਰ। ਨਮਸਤੇ। ਆਓ ਆਓ, ਪਾਪਾ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਵੈਲਕਮ ਵੈਲਕਮ। ਆਓ ਪ੍ਰੋਫੈਸਰ ਬਲਵਿੰਦਰ, ਬੈਠੋ ਬੈਠੋ ਬੈਠੋ। ਬੜੀ ਦੇਰ ਬਾਅਦ ਦਰਸ਼ਨ ਹੋਏ ਨੇ ਜੀ ਤੁਹਾਡੇ। ਪ੍ਰਕਾਸ਼ ਜੀ, ਮੁਲਾਕਾਤ ਦਾ ਮੌਕਾ ਹੀ ਨਹੀਂ ਮਿਲਿਆ। ਅੱਜ ਐਤਵਾਰ ਹੈ, ਫੁਰਸਤ ਵੀ ਹੈ, ਆਰਾਮ ਨਾਲ ਬਹਿ ਕੇ ਗੱਲਾਂ ਕਰਾਂਗੇ। ਵੈਰੀ ਗੁੱਡ, ਬਹੁਤ ਅੱਛੇ ਜੀ, ਬਹੁਤ ਅੱਛੇ। ਪਾਪਾ, ਇਹ ਮੇਰੇ ਦੋਸਤ ਨੇ, ਕੀਰਤੀ ਤੇ ਰਾਜਿੰਦਰ। ਨਮਸਤੇ ਅੰਕਲ। ਨਮਸਤੇ ਨਮਸਤੇ ਬੱਚੇ, ਨਮਸਤੇ। ਨਮਸਤੇ ਬੇਟੇ। ਪਾਪਾ ਜੀ, ਕੀਰਤੀ ਸੌਫਟਵੇਅਰ ਇੰਜੀਨੀਅਰ ਹੈ ਤੇ ਫਿਲਹਾਲ ਇੱਕ ਕੰਸਲਟੈਂਸੀ ਸਰਵਿਸਿਜ਼ ਦੇ ਨਾਲ ਕੰਮ ਕਰ ਰਿਹਾ ਹੈ। ਤੇ ਇਹ ਹੈ ਰਾਜਿੰਦਰ, ਇਹ ਸਾਡੇ ਸ਼ਹਿਰ ਦੇ ਹੀ ਇੱਕ ਮਾਲ 'ਚ ਸੇਲਜ਼ਮੈਨ ਹੈ। ਵਾਹ ਵਾਹ, ਵੈਰੀ ਗੁੱਡ। ਬੈਠੋ ਤੇ ਸਹੀ ਪੁੱਤਰੋ, ਖਲੋਤੇ ਕਿਉਂ ਹੋ? ਨਮਸਤੇ ਭਾਈ ਸਾਹਿਬ, ਕੀ ਹਾਲ ਚਾਲ ਹੈ? ਆਨੰਦ ਨੇ ਦੱਸਿਆ ਸੀ ਅੱਜ ਤੁਸੀਂ ਆਉਣਾ। ਲਓ ਲਓ, ਚਾਹ ਪੀਓ ਪਹਿਲਾਂ। ਨਮਸਤੇ ਭਾਬੀ ਜੀ, ਥੈਂਕ ਯੂ। ਮਮਾ, ਰਮਾ ਕਿੱਥੇ ਹੈ? ਰਮਾ ਕਹਿ ਰਹੀ ਸੀ ਕਿ ਉਹ ਵੀ AI ਆਟੋਮੇਸ਼ਨ ਦੇ ਬਾਰੇ ਜਾਣਨਾ ਚਾਹੁੰਦੀ ਹੈ। ਹਾਂ ਬੇਟੇ, ਉਹਦੀ ਆਨਲਾਈਨ ਕਲਾਸ ਚੱਲ ਰਹੀ ਹੈ, ਕਲਾਸ ਤੋਂ ਬਾਅਦ ਆ ਜਾਏਗੀ। ਅੰਕਲ, ਅਸੀਂ AI ਆਟੋਮੇਸ਼ਨ ਤੇ ਭਾਰਤੀ ਅਰਥ ਵਿਵਸਥਾ 'ਚ ਉਸ ਦੇ ਪ੍ਰਭਾਵਾਂ ਬਾਰੇ ਕੁਝ ਜਾਣਕਾਰੀ ਲੈਣ ਲਈ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਹਾਂ ਹਾਂ ਜ਼ਰੂਰ ਬੇਟੇ, ਬੋਲੋ। ਅੰਕਲ, ਦਰਅਸਲ ਅਸੀਂ ਕੁਝ ਦੋਸਤਾਂ ਨੇ ਮਿਲ ਕੇ AI ਉੱਪਰ ਆਧਾਰਿਤ ਇੱਕ ਸਟਾਰਟਅਪ ਸ਼ੁਰੂ ਕਰਨ ਦਾ ਪਲਾਨ ਬਣਾਇਆ। ਬਹੁਤ ਅੱਛੀ ਗੱਲ ਹੈ ਬੇਟਾ, ਬਹੁਤ ਅੱਛੀ ਗੱਲ ਹੈ। ਵੈਸੇ ਵੀ ਸਰਕਾਰ AI ਨੂੰ ਵਧਾਵਾ ਦੇ ਰਹੀ ਹੈ। ਬਹੁਤ ਅੱਛੇ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਆਟੋਮੇਸ਼ਨ ਤੇ AI ਤਾਂ ਅੱਜ ਕੱਲ੍ਹ ਕਿਸੇ ਵੀ ਕਾਰੋਬਾਰ ਦਾ ਜ਼ਰੂਰੀ ਹਿੱਸਾ ਬਣਦੇ ਜਾ ਰਹੇ ਨੇ। ਰਾਸ਼ਟਰੀ ਪੱਧਰ ਤੇ ਵੀ ਬੜਾ ਕੁਝ ਨਵਾਂ ਚੱਲ ਰਿਹਾ ਹੈ। ਹਾਂ, ਵੇਖੋ ਮੌਜੂਦਾ ਸਮੇਂ ਭਾਰਤ ਦੀ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਲਈ AI ਨਾਲ ਜੁੜੇ ਕਾਰੋਬਾਰ ਦੀ ਬਹੁਤ ਜ਼ਿਆਦਾ ਵਧੀਆ ਗੁੰਜਾਇਸ਼ ਹੈ। ਪਰ ਅੰਕਲ, ਕੀ ਭਾਰਤ ਸਰਕਾਰ ਨੇ AI ਦੀ ਅਹਿਮੀਅਤ ਨੂੰ ਸਮਝਿਆ ਵੀ ਹੈ ਜਾਂ ਨਹੀਂ? ਬਿਲਕੁਲ ਸਮਝਿਆ ਬਈ, AI ਦੀ ਤਾਕਤ ਨੂੰ ਪਛਾਣਿਆ ਵੀ ਹੈ,
ਤਾਂ ਹੀ ਤਾਂ ਨੀਤੀ ਆਯੋਗ ਨੇ AI ਨਾਲ ਜੁੜੇ ਖੋਜ ਤੇ ਵਿਕਾਸ ਕਾਰਜ ਨੂੰ ਲੈ ਕੇ ਇੱਕ ਰਾਸ਼ਟਰੀ ਕਾਰਜਕ੍ਰਮ ਤਿਆਰ ਕੀਤਾ ਹੈ। ਹਾਂ, ਨੀਤੀ ਆਯੋਗ ਨੇ ਤਾਂ 3 ਪ੍ਰਮੁੱਖ ਦ੍ਰਿਸ਼ਟੀਕੋਣ ਅਪਣਾਏ ਨੇ। ਸਰ ਅੱਜ ਕੱਲ ਹਰ ਪਾਸੇ AI ਦਾ ਬੋਲਬਾਲਾ ਹੈ। ਸਾਡਾ ਸ਼ਾਪਿੰਗ ਮਾਲ ਮੈਨੇਜਮੈਂਟ ਵੀ ਨਵੀਂ ਟੈਕਨੋਲੋਜੀ ਅਪਣਾਉਣ ਦੀ ਗੱਲ ਕਰ ਰਿਹਾ ਹੈ। ਮੈਂ ਤਾਂ ਮੇਰੇ ਸਹਿਕਰਮੀ ਜ਼ਿਆਦਾ ਪੜ੍ਹੇ ਲਿਖੇ ਤਾਂ ਨਹੀਂ, ਬਹੁਤਿਆਂ ਦੀ ਪੜ੍ਹਾਈ ਵਿੱਚ ਵਿਚਾਲੇ ਰਹਿ ਗਈ ਹੈ, ਪਰ ਅੱਜ ਮੈਨੂੰ ਵੀ ਸ਼ਾਇਦ ਕੁਝ ਜਾਣਕਾਰੀ ਮਿਲ ਹੀ ਜਾਵੇ। ਦੇਖੋ ਬੇਟਾ, ਇੱਥੇ ਆ ਕੇ ਤੁਸੀਂ ਬਹੁਤ ਵਧੀਆ ਕੰਮ ਕੀਤਾ। ਅੱਜ ਸਾਡੀ ਗੱਲਬਾਤ AI ਆਟੋਮੇਸ਼ਨ ਉੱਪਰ ਹੀ ਹੈ, ਤੇ ਤੁਸੀਂ ਜੋ ਕੁਝ ਵੀ ਜਾਣਨਾ ਜਾਂ ਪੁੱਛਣਾ ਹੈ ਨਾ, ਤੁਸੀਂ ਖੁੱਲ੍ਹ ਕੇ ਗੱਲ ਕਰੋ। ਥੈਂਕ ਯੂ ਸਰ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ AI ਆਟੋਮੇਸ਼ਨ ਹੈ ਕੀ? ਹਾਂ ਦੇਖੋ ਬੇਟਾ ਰਜਿੰਦਰ, AI ਦੀ ਮਦਦ ਨਾਲ ਕਿਸੇ ਮਸ਼ੀਨ ਜਾਂ ਸੌਫਟਵੇਅਰ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ AI ਮਸ਼ੀਨਾਂ ਤਰਕਸ਼ੀਲ ਤਰੀਕੇ ਨਾਲ ਸਮੱਸਿਆਵਾਂ ਦਾ ਹੱਲ ਕਰ ਸਕਦੀਆਂ ਨੇ। ਤੈਨੂੰ ਪਤਾ ਹੈ, ਤੂੰ ਵੀ AI ਦੀ ਵਰਤ ਕਰ ਰਿਹਾ ਹੈ। ਹਾਂ ਸਰ, ਮੇਰੇ ਕੋਲ ਇੱਕ ਸਮਾਰਟਫੋਨ ਹੈ। ਇਸ ਦਾ ਵੌਇਸ ਅਸਿਸਟੈਂਟ ਸਿਰੀ, ਜਿਸ ਨੂੰ ਮੈਂ ਕਈ ਤਰੀਕਿਆਂ ਨਾਲ ਵਰਤਦਾ, ਤੇ ਮੇਰੇ ਫੋਨ 'ਚ ਸਪੇਸ ਫਿਲਟਰਸ ਵੀ ਨੇ। ਫੇਸਬੁੱਕ WhatsApp ਚੈਟਿੰਗ ਤੇ ਆਨਲਾਈਨ ਸ਼ਾਪਿੰਗ ਵੀ ਹੁੰਦੀ ਹੈ। ਵੈਰੀ ਗੁੱਡ ਬੇਟਾ, ਇਹਨਾਂ ਸਭ 'ਚ AI ਵਰਤੀ ਜਾਂਦੀ ਹੈ। ਅੰਕਲ, ਆਟੋਮੇਸ਼ਨ ਦੇ ਬਾਰੇ ਵੀ ਕੁਝ ਦੱਸੋ ਨਾ ਪਲੀਜ਼। ਹਾਂ, ਕੀ ਨਾ ਦੱਸਿਆ ਸੀ? ਹਾਂ ਕੀਰਤੀ, ਆਟੋਮੇਸ਼ਨ ਯਾਨੀ ਸਵੈ ਚਲਿਤ ਮਦਦ ਆਪਣੇ ਆਪ 'ਚ ਕਈ ਗੱਲਾਂ ਨੂੰ ਸਮੇਟੇ ਬੈਠਾ ਹੈ। ਇਸ ਦਾ ਸਭ ਤੋਂ ਜਟਿਲ ਪੱਧਰ ਹੈ AI ਆਟੋਮੇਸ਼ਨ। ਇੱਥੇ ਮਸ਼ੀਨ ਆਪਣੇ ਪਿਛਲੇ ਕੰਮ ਤੇ ਹਾਲਤਾਂ ਤੋਂ ਸਿੱਖ ਕੇ ਫੈਸਲੇ ਲੈਂਦੀ ਹੈ। ਹਾਂਜੀ, ਅੱਜ ਕੱਲ੍ਹ ਬਹੁਤ ਸਾਰੀਆਂ ਕੰਪਨੀਆਂ ਆਪਣੇ ਗਾਹਕਾਂ ਨੂੰ ਆਟੋਮੇਸ਼ਨ ਦੇ ਜ਼ਰੀਏ ਸਰਵਿਸ ਦੇ ਰਹੀਆਂ ਨੇ, ਜਿਵੇਂ ਵਰਚੁਅਲ ਰਿਐਲਿਟੀ, ਕੰਪਿਊਟਰ ਵਿਜ਼ਨ, ਆਰਟੀਫਿਸ਼ੀਅਲ ਕ੍ਰੀਏਟੀਵਿਟੀ, ਹੈਂਡ ਰਾਈਟਿੰਗ ਰਿਕਗਨੀਸ਼ਨ, ਫੇਸ ਤੇ ਸਪੀਚ ਰਿਕਗਨੀਸ਼ਨ ਤਾਂ ਅਸੀਂ ਫੋਨ 'ਚ ਵੀ ਵਰਤਨੇ ਆ ਨਾ। ਬਿਲਕੁਲ ਪਾਪਾ, ਪਰ ਫਿਲਹਾਲ ਇਹ ਸਮਝੀਏ ਕਿ ਇਹਨਾਂ ਤਕਨੀਕਾਂ ਦਾ ਸਾਡੇ ਦੇਸ਼ ਦੀ ਅਰਥ ਵਿਵਸਥਾ ਉੱਪਰ ਕੀ ਅਸਰ ਪੈਂਦਾ ਹੈ। ਬਿਲਕੁਲ ਠੀਕ ਬੇਟਾ, ਮੈਂ ਦੱਸਾਂਗਾ ਕਿ AI ਆਟੋਮੇਸ਼ਨ ਭਾਰਤੀ ਅਰਥ ਵਿਵਸਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਠੀਕ ਹੈ ਅੰਕਲ। ਰਾਜਿੰਦਰ, ਮੈਂ ਸੁਣਿਆ ਕਿ ਤੁਹਾਡੇ ਸ਼ਾਪਿੰਗ ਮਾਲ 'ਚ ਗਾਹਕਾਂ ਦਾ ਲੇਖਾ ਜੋਖਾ AI ਰਾਹੀਂ ਰੱਖਿਆ ਜਾਂਦਾ ਹੈ। ਹਾਂ ਆਨੰਦ, ਹੁਣੇ ਸ਼ੁਰੂ ਹੋਇਆ ਹੈ। ਜਲਦੀ ਕਰਮਚਾਰੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ। ਵੇਖੋ ਰਜਿੰਦਰ, ਪਰਚੂਨ ਵਪਾਰ 'ਚ AI ਨਾਲ ਵਪਾਰੀਆਂ ਤੇ ਗਾਹਕਾਂ ਦੋਨਾਂ ਨੂੰ ਹੀ ਫਾਇਦਾ ਪਹੁੰਚੇਗਾ। ਅੰਕਲ, ਨੀਤੀ ਆਯੋਗ ਵੱਲੋਂ AI ਦੀਆਂ 3 ਰਣਨੀਤੀਆਂ ਕਿਹੜੀਆਂ ਨੇ? ਦੇਖੋ ਆਨੰਦ, ਇਹਨਾਂ 'ਚ ਪਹਿਲੀ ਹੈ ਸੰਕਲਪ ਦਾ ਸਬੂਤ ਯਾਨੀ ਪ੍ਰੂਫ ਆਫ ਕਨਸੈਪਟ, ਤੇ ਦੂਸਰਾ ਹੈ ਪ੍ਰਭਾਵੀ AI ਇਕੋਸਿਸਟਮ ਲਈ ਰਾਸ਼ਟਰੀ ਨੀਤੀ ਤਿਆਰ ਕਰਨਾ, ਤੇ ਤੀਸਰਾ ਹੈ AI ਨਾਲ ਜੁੜੇ ਮਾਹਿਰਾਂ ਤੇ ਦੂਸਰੇ ਸੰਬੰਧਿਤ ਪੱਖਾਂ ਦਰਮਿਆਨ ਸੰਬੰਧ ਸਥਾਪਿਤ ਕਰਨਾ। ਸਰ, ਪ੍ਰੂਫ ਆਫ ਕਨਸੈਪਟ ਦਾ ਕੀ ਮਤਲਬ ਹੋਇਆ ਭਲਾ? ਰਾਜਿੰਦਰ, ਪ੍ਰੂਫ ਆਫ ਕਨਸੈਪਟ ਦਾ ਭਾਵ ਹੈ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਕਿ ਅਲੱਗ-ਅਲੱਗ ਖੇਤਰਾਂ 'ਚ AI ਪ੍ਰੋਜੈਕਟਾਂ ਨਾਲ ਹਕੀਕਤ 'ਚ ਕਿੰਨਾ ਫਾਇਦਾ ਪਹੁੰਚੇਗਾ, ਕਿ ਕਿਸੇ ਸੰਸਥਾ 'ਚ AI ਪ੍ਰੋਜੈਕਟ ਕਾਮਯਾਬ ਹੋ ਸਕਦਾ ਹੈ ਜਾਂ ਨਹੀਂ। ਅੱਛਾ, ਤਾਂ ਸਰ ਹੁਣ ਤੱਕ ਨੀਤੀ ਆਯੋਗ ਨੇ ਕੀ ਕੀਤਾ ਹੈ? ਦੇਖੋ ਬੇਟਾ, ਨੀਤੀ ਆਯੋਗ ਖੇਤੀਬਾੜੀ, ਸਿਹਤ, ਸਿੱਖਿਆ, ਊਰਜਾ ਤੇ ਨਿਰਮਾਣ ਵਰਗੇ ਖੇਤਰਾਂ 'ਚ AI ਪ੍ਰੋਜੈਕਟ ਚਲਾਉਣ ਵਾਲੀਆਂ ਵੱਡੀਆਂ ਸੰਸਥਾਵਾਂ ਤੇ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅੰਕਲ, ਭਾਰਤ 'ਚ ਆਰਥਿਕ ਲਿਹਾਜ਼ ਨਾਲ AI ਦਾ ਕੀ ਅਸਰ ਪੈ ਰਿਹਾ ਹੈ? ਪ੍ਰੋਡਕਸ਼ਨ ਦੇ ਨਜ਼ਰੀਏ ਤੋਂ ਤਾਂ ਦੇਖੋ, ਮਜ਼ਦੂਰ, ਪੂੰਜੀ, ਨਵੀਆਂ ਕਾਢਾਂ ਤੇ ਟੈਕਨੋਲੋਜੀ ਦੇ ਨਾਲ ਹੁਣ AI ਵੀ ਇੱਕ ਪ੍ਰਭਾਵੀ ਫੈਕਟਰ ਵਜੋਂ ਉੱਭਰਿਆ ਹੈ। ਮਜ਼ਦੂਰ ਦੇ ਦਾਇਰੇ ਨੂੰ ਤੋੜਦੇ ਹੋਏ ਬਿਹਤਰ ਉਤਪਾਦ ਦੇ ਇਹ ਨਵੇਂ ਸਰੋਤ ਖੋਲ੍ਹਦਾ ਹੈ। ਸਰ, AI ਨਾਲ ਵਿਕਾਸ ਦੀ ਗਤੀ ਉੱਪਰ ਕੀ ਅਸਰ ਪੈ ਰਿਹਾ ਹੈ? 3 ਮੂਲ ਖੇਤਰ ਖੇਤੀਬਾੜੀ, ਉਦਯੋਗ ਤੇ ਸਰਵਿਸ ਭਾਰਤੀ ਅਰਥ ਵਿਵਸਥਾ ਨੂੰ ਮਜ਼ਬੂਤੀ ਦਿੰਦੇ ਨੇ। ਸਕਲ ਘਰੇਲੂ ਉਤਪਾਦ ਤੇ ਰੋਜ਼ਗਾਰ ਦੇ ਜ਼ਰੀਏ ਨੇ। ਇਹਨਾਂ ਖੇਤਰਾਂ 'ਚ ਵਿਕਾਸ ਦੀ ਦਰ, ਆਟੋਮੇਸ਼ਨ ਤੇ ਨਵੀਆਂ ਕਾਢਾਂ ਨੂੰ AI ਤੇਜ਼ੀ ਨਾਲ ਵਧਾਉਂਦੀ ਹੈ। ਬਈ, ਕਿਸੇ ਵੀ ਇੱਕ ਖੇਤਰ ਵਿੱਚ AI ਤਕਨੀਕ ਦੇ ਇਸਤੇਮਾਲ ਦਾ ਵਧੀਆ ਅਸਰ ਦੂਜੇ ਖੇਤਰਾਂ ਵਿੱਚ ਵੀ ਪੈਂਦਾ ਹੈ। ਹਾਂ ਪ੍ਰਕਾਸ਼, ਉਮੀਦ ਹੈ ਕਿ AI ਉਤਪਾਦਾਂ, ਸੇਵਾਵਾਂ ਤੇ ਇਨੋਵੇਸ਼ਨ ਨਾਲ ਹੀ ਭਵਿੱਖ 'ਚ ਆਰਥਿਕ ਮੁੱਲ ਤੈਅ ਹੋਵੇਗਾ। AI ਦੀ ਬਦੌਲਤ 2035 ਤੱਕ ਭਾਰਤ ਦੀ ਸਾਲਾਨਾ ਵਿਕਾਸ ਦਰ 1.3% ਤੱਕ ਵੱਧ ਜਾਵੇਗੀ। ਮੇਰੇ ਖਿਆਲ 'ਚ ਅੰਕਲ, AI ਤਕਨੀਕ ਸਭ ਖੇਤਰਾਂ ਲਈ ਫਾਇਦੇਮੰਦ ਹੋਵੇਗੀ। ਬਿਲਕੁਲ ਸਹੀ ਕਿਹਾ। ਡਿਜੀਟੀਕਰਨ ਤੇਜ਼ੀ ਨਾਲ ਵੱਧ ਰਿਹਾ ਹੈ। ਇੰਟਰਨੈਟ ਸੇਵਾਵਾਂ 'ਚ ਕਾਫੀ ਤੇਜ਼ੀ ਆਈ ਹੈ। ਸਾਰੇ ਖੇਤਰ ਇੱਕ ਦੂਜੇ ਨਾਲ ਜੁੜੇ ਨੇ, ਸਭ ਨੂੰ ਫਾਇਦਾ ਹੋਵੇਗਾ। ਬਿਲਕੁਲ ਜੀ, ਬਿਲਕੁਲ। ਡਿਜੀਟਲ ਤਰੀਕਿਆਂ ਨਾਲ ਕਾਰੋਬਾਰੀ ਗਤੀਵਿਧੀਆਂ ਵਿੱਚ ਬਹੁਤ ਤੇਜ਼ੀ ਆ ਰਹੀ ਹੈ।
ਹਾਂ, ਵੱਡੀ ਮਾਤਰਾ 'ਚ ਸੂਚਨਾਵਾਂ ਮਿਲਣ ਕਰਕੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ ਮਦਦ ਮਿਲੇਗੀ। ਸਰ AI ਪ੍ਰਣਾਲੀ ਦਾ ਵਪਾਰ 'ਚ ਇਸਤੇਮਾਲ ਕਿੱਥੇ-ਕਿੱਥੇ ਹੁੰਦਾ ਹੈ? ਦੇਖੋ ਬੇਟਾ, ਕਸਟਮਰ ਸਰਵਿਸ, ਮਾਰਕੀਟਿੰਗ ਤੇ ਲੌਜਿਸਟਿਕਸ, ਡਾਟਾ ਐਨਾਲਿਸਿਸ, ਇਹਨਾਂ ਦੇ ਵਿੱਚ। ਹਾਂ ਸਰ, ਸਟੀਕਤਾ ਨਾਲ ਕੰਮ ਕਰਨ ਵਾਸਤੇ ਮਸ਼ੀਨਾਂ ਨੂੰ ਲੋੜ ਮੁਤਾਬਕ ਪ੍ਰੋਗਰਾਮ ਕਰਕੇ ਕਾਰਜ ਸਮਰੱਥਾ ਸੁਧਰੇਗੀ ਤੇ ਆਊਟਪੁੱਟ ਵਿੱਚ ਵੀ ਤੇਜ਼ੀ ਆਏਗੀ। ਸਹੀ ਕਿਹਾ ਕੀਰਤੀ। ਸਮਾਰਟ ਮਸ਼ੀਨਾਂ ਤੇ ਆਟੋਮੇਸ਼ਨ ਤਕਨੀਕ 'ਚ ਨਿਵੇਸ਼ ਵਧ ਰਿਹਾ ਹੈ। ਜਿਵੇਂ IOV ਵਰਗੀ ਨਵੀਂ ਤਕਨੀਕ ਦੀ ਪਹਿਚਾਣ ਤੇਜ਼ੀ ਨਾਲ ਹੋ ਰਹੀ ਹੈ। IOB ਕੀ ਹੈ ਸਰ? IOV ਯਾਨੀ ਇੰਟਰਨੈਟ ਆਫ ਬਿਹੇਵੀਅਰ, ਡਾਟਾ ਵਿਸ਼ਲੇਸ਼ਣ ਦੇ ਵਿਵਹਾਰ ਵਿਗਿਆਨ ਦਾ ਮਿਲਿਆ ਜੁਲਿਆ ਰੂਪ ਹੈ। ਇਹ ਸੇਲ ਐਂਡ ਮਾਰਕੀਟਿੰਗ 'ਚ ਮਦਦ ਦੇ ਨਾਲ ਦੇਸ਼ ਦੀ ਆਰਥਿਕ ਹਾਲਤ ਵੀ ਬਿਹਤਰ ਬਣਾਏਗੀ। IIT ਦਿੱਲੀ ਤੇ ਆਟੋਮੇਸ਼ਨ ਇੰਡਸਟਰੀ ਐਸੋਸੀਏਸ਼ਨ ਨੇ ਸਮਾਰਟ ਮੈਨੂਫੈਕਚਰਿੰਗ ਦੇ ਖੇਤਰ 'ਚ ਤਕਨੀਕੀ ਵਿਕਾਸ ਬਾਬਤ ਸਾਂਝੇਦਾਰੀ ਕੀਤੀ ਹੈ। ਵਿਪਰੋ, ਇਨਫੋਸਿਸ ਤੇ TCS ਵਰਗੀ ਕੰਪਨੀਆਂ ਨੇ ਤਾਂ ਬਾਜ਼ਾਰ ਦੀ ਬਦਲਦੀ ਮੰਗ ਦੇ ਮੁਤਾਬਕ ਨਵੇਂ-ਨਵੇਂ ਉਤਪਾਦ ਬਣਾ ਕੇ ਖੁਦ ਸੌਫਟਵੇਅਰ ਡਿਵੈਲਪਮੈਂਟ ਕਰਕੇ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਧਾ ਰਹੀਆਂ ਨੇ। ਬਿਲਕੁਲ ਸਹੀ ਕਿਹਾ ਕੀਰਤੀ। ਵਿਪਰੋ ਤਾਂ ਆਪਣੇ ਗਾਹਕਾਂ ਨੂੰ AI ਜ਼ਰੀਏ ਹੋਲਮਜ਼ ਨਾਮੀ ਨਵੀਆਂ ਸੇਵਾਵਾਂ ਵੀ ਦੇ ਰਹੀ ਹੈ। ਹਾਂ ਆਨੰਦ, ਇਨਫੋਸਿਸ ਨੇ ਵੀ ਵਿੱਤੀ ਖੇਤਰ ਵਿੱਚ ਨਿਆ ਨਾਮੀ AI ਸੌਫਟਵੇਅਰ ਲਿਆਂਦਾ ਹੈ। ਇਹ 18.22 ਮੈਗਾਬਾਈਟ ਪਰ ਸੈਕਿੰਡ ਦੀ ਰਫ਼ਤਾਰ ਨਾਲ ਡਾਟਾ ਹਾਸਲ ਕਰਨ ਵਾਲਾ ਅਗਲੀ ਪੀੜ੍ਹੀ ਦਾ ਇੰਟੀਗ੍ਰੇਟਿਡ AI ਪਲੇਟਫਾਰਮ ਉਤਪਾਦ ਦੇ ਨਿਰਮਾਣ ਤੇ ਲਾਗਤ ਬਾਰੇ ਅਨੁਮਾਨ ਲਗਾ ਸਕਦਾ ਹੈ। ਬਿਲਕੁਲ ਸਹੀ ਕਿਹਾ ਬਈ, ਬੜੀ ਜਾਣਕਾਰੀ ਹੈ ਤੁਹਾਨੂੰ ਤਾਂ। ਦੇਖੋ, ਮਜ਼ਦੂਰਾਂ ਦੀ ਕਾਫੀ ਜ਼ਿਆਦਾ ਜ਼ਰੂਰਤ ਵਾਲੇ ਰਿਟੇਲ, ਆਟੋਮੋਬਾਈਲ ਉਤਪਾਦਨ, ਟਰਾਂਸਪੋਰਟੇਸ਼ਨ ਤੇ ਖੇਤੀਬਾੜੀ ਆਦਿ ਖੇਤਰਾਂ 'ਚ ਸਵੈ ਚਲਿਤ ਮਸ਼ੀਨਾਂ ਰਾਹੀਂ ਉਤਪਾਦਨ ਤੇ ਕੰਮ ਦੀ ਰਫ਼ਤਾਰ ਵੀ ਵਧਾਈ ਜਾਂਦੀ ਹੈ। ਸੈਂਸਰਸ, ਟਰੈਕਿੰਗ ਸਿਸਟਮ, 3D ਪ੍ਰਿੰਟਿੰਗ, ਆਟੋਮੇਟਿਡ ਪ੍ਰੋਡਕਟ ਡਿਜ਼ਾਈਨ ਤੇ ਰੋਬੋਟਿਕਸ ਦੀ ਮਦਦ ਨਾਲ ਮਜ਼ਦੂਰ ਘਟਾ ਕੇ ਲਾਗਤ ਘਟਾਈ ਜਾ ਰਹੀ ਹੈ। ਹਾਂ ਜੀ ਅੰਕਲ, ਬੈਂਗਲੁਰੂ ਦਾ ਇੱਕ ਸਟਾਰਟਅਪ ਈ-ਕਾਮਰਸ ਦੇ ਕਾਰੋਬਾਰ ਉੱਪਰ ਨਿਗਰਾਨੀ ਲਈ ਰੋਬੋਟ ਬਣਾਉਂਦਾ ਹੈ। ਹਾਂ, ਆਟੋਮੋਬਾਈਲ ਇੰਡਸਟਰੀ ਵਿੱਚ ਵੀ ਕਈ ਵੱਡੀਆਂ-ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਆਪਣੇ ਭਾਰਤੀ ਕਾਰਖਾਨਿਆਂ ਵਿੱਚ ਕਾਰਾਂ ਤੇ ਪੇਂਟ ਤੇ ਹੋਰ ਨਿਰਮਾਣ ਕੰਮਾਂ ਲਈ ਰੋਬੋਟਿਕਸ ਦੀ ਮਦਦ ਲੈ ਰਹੀਆਂ ਨੇ। ਹਾਂ, ਬਿਜ਼ਨਸ ਪ੍ਰਮੋਸ਼ਨ ਲਈ ਕੁਝ ਕਾਰ ਨਿਰਮਾਤਾ ਕੰਪਨੀਆਂ ਤਾਂ ਹਿਊਮਨਾਇਡ ਰੋਬੋਟ ਦਾ ਵੀ ਇਸਤੇਮਾਲ ਕਰ ਰਹੀਆਂ ਨੇ। ਹਾਂ ਅੰਕਲ, ਮੈਂ ਇੱਕ ਵੀਡੀਓ ਵੀ ਵੇਖੀ ਹੈ ਇਸ ਬਾਬਤ। ਹਾਂ, ਅੱਛਾ। ਆਟੋਮੇਸ਼ਨ ਰਾਹੀਂ ਨਿਰਮਾਣ ਖੇਤਰ 'ਚ ਉਤਪਾਦ ਬਹੁਤ ਹੀ ਸਟੀਕ ਤਰੀਕੇ ਨਾਲ ਕੀਤਾ ਜਾ ਸਕੇਗਾ। ਅਜਿਹੇ ਨਵੇਂ-ਨਵੇਂ ਪ੍ਰਯੋਗਾਂ ਤੇ ਨਵੇਂ-ਨਵੇਂ ਵਿਚਾਰਾਂ ਨਾਲ ਸਾਡੇ ਦੇਸ਼ ਨੂੰ ਆਰਥਿਕ ਪੱਖੋਂ ਬਹੁਤ ਫਾਇਦਾ ਪਹੁੰਚੇਗਾ। ਸਰ, ਖੇਤੀਬਾੜੀ ਪੱਖੋਂ AI ਆਟੋਮੇਸ਼ਨ ਕਿੰਨਾ ਫਾਇਦੇਮੰਦ ਹੈ? ਦੇਖੋ, ਖੇਤੀਬਾੜੀ ਸਾਡੇ ਲਈ ਬਹੁਤ ਅਹਿਮ ਹੈ। ਭਾਰਤੀ ਅਰਥ ਵਿਵਸਥਾ ਦਾ ਆਧਾਰ ਹੈ ਤੇ ਸਭ ਤੋਂ ਵੱਧ ਰੋਜ਼ਗਾਰ ਦੇ ਰਹੀ ਹੈ। ਪੰਜਾਬ ਵਰਗੇ ਸੂਬੇ 'ਚ ਵੀ ਕੁੱਲ ਕਾਮਿਆਂ ਦਾ 36% ਤਾਂ ਸਿੱਧੇ ਖੇਤੀ ਤੋਂ ਨੇ, ਪਰ ਅਸਿੱਧੇ ਬਹੁਤ ਜ਼ਿਆਦਾ ਨੇ। ਕਰੀਬ 55% ਵਸੋਂ ਇਸ ਉੱਪਰ ਨਿਰਭਰ ਹੈ। AI ਦੀ ਵਰਤੋਂ ਬਹੁਤ ਸੋਚ ਸਮਝ ਕੇ ਕਰਨੀ ਹੋਵੇਗੀ। ਪਰ ਅੰਕਲ, ਸਿੰਚਾਈ, ਮੰਗ, ਕੀਟਨਾਸ਼ਕਾਂ ਤੇ ਬਣਾਉਟੀ ਖਾਦਾਂ ਬਾਬਤ ਪਤਾ ਲਗਾਉਣ 'ਚ ਤਾਂ AI ਸਹਾਈ ਹੈ ਹੀ। ਹਾਂ ਆਨੰਦ, AI ਦੀ ਮਦਦ ਨਾਲ ਇਹਨਾਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕਦਾ ਹੈ। ਉਪਜ 'ਚ ਸੁਧਾਰ ਹੁੰਦਾ ਹੈ ਤੇ ਪੈਦਾਵਾਰ ਦਾ ਸਹੀ ਪ੍ਰਬੰਧ ਸੰਭਵ ਹੈ। ਖੇਤੀਬਾੜੀ ਖੇਤਰ 'ਚ ਤਾਂ AI ਦਾ ਇੱਕ ਹੋਰ ਮਹੱਤਵਪੂਰਨ ਇਸਤੇਮਾਲ ਵੀ ਹੈ। ਉਹ ਕੀ ਹੈ ਕੀਰਤੀ? ਆਨੰਦ, ਇਮੇਜ ਪ੍ਰੋਸੈਸਿੰਗ ਤੇ ਮਸ਼ੀਨ ਲਰਨਿੰਗ ਦੇ ਨਾਲ ਫਸਲ ਤੇ ਮਿੱਟੀ ਦੀ ਸਹੀ ਨਿਗਰਾਨੀ ਦੇ ਨਾਲ ਹੀ ਫਸਲ ਉਤਪਾਦਨ ਉੱਪਰ ਮੌਸਮ ਦਾ ਅਸਰ ਦਾ ਅਨੁਮਾਨ ਵੀ ਲੱਗ ਜਾਂਦਾ ਹੈ। ਪਰ ਸਰ, ਖੇਤੀ 'ਚ AI ਆਟੋਮੇਸ਼ਨ ਭਾਰਤੀ ਆਰਥਿਕਤਾ 'ਚ ਮਦਦ ਕਿਵੇਂ ਕਰੇਗੀ? ਹਾਂ ਰਜਿੰਦਰ, ਤੂੰ ਬਹੁਤ ਵਧੀਆ ਮਸਲਾ ਉਠਾਇਆ ਹੈ। ਸਰਕਾਰ ਨੇ 2022 ਤੱਕ ਖੇਤੀ ਬਰਾਮਦਾਂ ਯਾਨੀ ਐਕਸਪੋਰਟਸ ਵਧਾ ਕੇ 60 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। AI ਰਾਹੀਂ ਫਸਲ ਉਤਪਾਦਕਾਂ 'ਚ ਸੁਧਾਰ ਕਰਕੇ ਜੋਖਿਮ ਘਟਾ ਕੇ ਇਹ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਂ, ਪਰ ਰੁਜ਼ਗਾਰ ਕੀ ਬਣੇਗਾ? ਹਾਂ ਅੰਕਲ, ਸਵਾਲ ਤਾਂ ਹੈ ਹੀ। ਮੈਨੂਫੈਕਚਰਿੰਗ ਸੈਕਟਰ ਯਾਨੀ ਨਿਰਮਾਣ ਖੇਤਰ 'ਚ AI ਦਾ ਕਿਸ ਤਰ੍ਹਾਂ ਦਾ ਅਸਰ ਹੋਵੇਗਾ? ਵੇਖੋ ਆਨੰਦ, ਮੈਨੂਫੈਕਚਰਿੰਗ ਸੈਕਟਰ ਨੂੰ AI ਤੋਂ ਸਭ ਤੋਂ ਜ਼ਿਆਦਾ ਫਾਇਦਾ ਪਹੁੰਚਿਆ ਹੈ। AI ਆਟੋਮੇਸ਼ਨ ਪ੍ਰੋਸੈਸਸ ਤੇ ਆਟੋਮੇਸ਼ਨ ਦਾ ਅਸਰ ਖੋਜ ਤੇ ਵਿਕਾਸ ਯਾਨੀ R&D ਦੇ ਨਾਲ-ਨਾਲ ਮੰਗ ਤੇ ਅੰਦਾਜ਼ਿਆਂ ਦੇ ਉੱਪਰ ਬਹੁਤ ਜ਼ਿਆਦਾ ਪੈਂਦਾ ਹੈ। ਗੁਣਵੱਤਾ ਦਾ ਵੀ ਭਰੋਸਾ ਬਣੇਗਾ ਵੀ। ਮਸ਼ੀਨ ਲਰਨਿੰਗ ਐਲਗੋਰਿਥਮ ਵਾਲੇ ਵਿਜ਼ਨ ਸਿਸਟਮ ਦੀ ਮਦਦ ਨਾਲ
ਉਤਪਾਦ ਸੰਬੰਧੀ ਕਿਸੇ ਵੀ ਖਰਾਬੀ ਦੀ ਪਹਿਚਾਣ ਕੀਤੀ ਜਾ ਸਕੇਗੀ। ਇਸ ਨਾਲ ਸਿੱਧਾ ਮੁਨਾਫਾ ਵਧੇਗਾ। ਬਿਲਕੁਲ ਪਾਪਾ, ਸਿਹਤ ਖੇਤਰ ਵੀ ਤਾਂ ਕਾਫੀ ਅਹਿਮ ਹੈ। ਜੀਡੀਪੀ ਲਈ ਸਿਹਤਮੰਦ ਆਬਾਦੀ ਹੋਣੀ ਬਹੁਤ ਜ਼ਰੂਰੀ ਹੈ। ਹੈਲਥ ਸੈਕਟਰ 'ਚ AI ਕਿਸ ਤਰ੍ਹਾਂ ਮਦਦਗਾਰ ਹੋਵੇਗੀ? ਵੇਖੋ, ਕਿਸੇ ਬਿਮਾਰੀ ਦੀ ਪਛਾਣ, ਉਪਚਾਰ, ਖਤਰਨਾਕ ਮਹਾਮਾਰੀਆਂ ਦੀ ਸਮਾਂ ਰਹਿੰਦੇ ਜਾਣਕਾਰੀ ਤੇ ਇਮੇਜਿੰਗ ਡਾਇਗਨੋਸਟਿਕਸ ਇਹੋ ਜਿਹੇ ਖੇਤਰ ਨੇ ਜਿੱਥੇ ਹੈਲਥ ਸੈਕਟਰ ਵਿੱਚ AI ਵਰਤੀ ਜਾ ਸਕਦੀ ਹੈ। ਜੀ ਅੰਕਲ, ਬੈਂਗਲੁਰੂ ਸਥਿਤ ਇੱਕ ਸਟਾਰਟਅਪ ਨੇ ਇੱਕ ਇਦਾਂ ਦੀ ਮਸ਼ੀਨ ਵਿਕਸਿਤ ਕੀਤੀ ਹੈ ਜੋ ਕੁਝ ਮਿੰਟਾਂ 'ਚ ਹੀ ECG ਕਰ ਦਿੰਦੀ ਹੈ। ਹਾਂ, ਵਾਹ ਵਾਹ। ਲੋ ਬਈ, ਰਮਾ ਵੀ ਆ ਗਈ। ਆ ਜਾ ਰਮਾ, ਆ ਜਾ। ਸੌਰੀ ਮੈਂ ਤੁਹਾਡੀ ਚਰਚਾ 'ਚ ਸ਼ਾਮਿਲ ਨਹੀਂ ਹੋ ਸਕੀ। ਦਰਅਸਲ ਮੇਰੀ ਨਾ ਆਨਲਾਈਨ ਕਲਾਸ ਸੀ। ਮੰਮੀ ਨੇ ਤੁਹਾਡੇ ਲਈ ਚਾਹ ਤੇ ਸਨੈਕਸ ਭੇਜੇ ਨੇ। ਲਓ। ਥੈਂਕ ਯੂ। ਚੰਗਾ ਲੱਗਿਆ ਕਿ ਤੁਸੀਂ ਪਲਾਸਟਿਕ ਦੀ ਬਜਾਏ ਚੀਨੀ ਮਿੱਟੀ ਦੇ ਕੱਪ ਵਰਤਦੇ ਹੋ। ਥੈਂਕ ਯੂ ਅੰਕਲ, ਥੈਂਕ ਯੂ। ਤੁਹਾਨੂੰ ਤਾਂ ਪਤਾ ਹੀ ਹੈ ਕਿ ਪਲਾਸਟਿਕ ਸਾਡੀ ਸਿਹਤ ਲਈ ਕਿੰਨਾ ਖਰਾਬ ਹੈ। ਵੈਸੇ ਅੰਕਲ, ਇੱਕ ਗੱਲ ਮੈਂ ਪੁੱਛਣੀ ਸੀ ਕਿ ਮੈਂ ਅਖਬਾਰ 'ਚ ਪੜ੍ਹਿਆ ਸੀ ਕਿ ਕੁਝ ਕੋਵਿਡ ਹਸਪਤਾਲਾਂ ਵਿੱਚ ਡਾਕਟਰਾਂ ਤੇ ਮਰੀਜ਼ਾਂ ਵਿੱਚ ਸੰਪਰਕ ਰੋਬੋਟ ਰਾਹੀਂ ਹੋ ਰਿਹਾ ਹੈ ਤੇ ਰੋਬੋਟ ਬਿਮਾਰੀ ਦੀ ਪਹਿਚਾਣ 'ਚ ਤੇ ਇਲਾਜ ਵਿੱਚ ਵੀ ਮਦਦ ਕਰ ਰਹੇ ਨੇ। ਹਾਂ, ਇਸ ਤਰ੍ਹਾਂ ਕਰੋਨਾ ਮਹਾਮਾਰੀ 'ਚ ਜੋਖਿਮ ਘੱਟ ਹੋ ਜਾਂਦਾ ਹੈ। ਟੈਲੀਮੈਡੀਸਿਨ ਨੂੰ ਪ੍ਰਫੁੱਲਤ ਕਰਨ 'ਚ AI ਦੀ ਬਹੁਤ ਵੱਡੀ ਭੂਮਿਕਾ ਹੈ। ਬਈ, ਕਈ ਮਾਇਨਿਆਂ ਵਿੱਚ ਤਾਂ AI ਕਰਕੇ ਸਿਹਤ ਸੇਵਾਵਾਂ ਦਾ ਖਰਚਾ ਵੀ ਘਟ ਗਿਆ ਹੈ। ਬੈਂਕਿੰਗ ਖੇਤਰ 'ਚ ਵੀ AI ਦੀ ਬਹੁਤ ਸਾਰੀ ਵਰਤੋਂ ਹੁੰਦੀ ਹੈ। ਬਹੁਤ ਸਾਰੇ ਉਪਭੋਗਤਾ ਖਰੀਦਦਾਰੀ ਵੇਲੇ ਭੁਗਤਾਨ ਵੀ ਡਿਜੀਟਲੀ ਕਰਦੇ ਨੇ। ਬਿਲਕੁਲ ਠੀਕ ਰਾਜਿੰਦਰ। ਅੱਜਕੱਲ ਬੈਂਕ AI ਆਟੋਮੇਸ਼ਨ ਦੀ ਵਰਤੋਂ ਕਈ ਤਰ੍ਹਾਂ ਨਾਲ ਕਰ ਰਹੇ ਨੇ। ਕ੍ਰੈਡਿਟ ਕਾਰਡ ਨਾਲ ਕੀਤੇ ਭੁਗਤਾਨ 'ਚ ਗੜਬੜੀ ਬਹੁਤ ਆਸਾਨੀ ਨਾਲ ਪਕੜੀ ਜਾ ਸਕਦੀ ਹੈ। ਲੈਣ ਦੇਣ ਦੌਰਾਨ ਸੁਰੱਖਿਆ ਸੰਬੰਧੀ ਜੋਖਿਮ ਦਾ ਵੀ ਸਮੇਂ ਸਿਰ ਪਤਾ ਲੱਗ ਜਾਂਦਾ ਹੈ। ਜੀ ਸਰ, ਕੁਝ ਬੈਂਕਾਂ 'ਚ ਤਾਂ ਵੈਬ ਰੋਬੋਟਸ ਬੈਂਕਿੰਗ, ਗਾਹਕ ਸੇਵਾ ਤੇ ਖੇਤੀ ਵਪਾਰ 'ਚ ਮਦਦਗਾਰ ਸਾਬਤ ਹੋ ਰਹੇ ਨੇ। ਅੱਜ ਕੱਲ੍ਹ AI ਆਟੋਮੇਸ਼ਨ ਤੇ ਬਿਜਲੀ, ਪਾਣੀ ਤੇ ਗੈਸ ਸਪਲਾਈ ਜੇ ਕੰਮਾਂ ਵਿੱਚ ਵੀ ਵਰਤੀ ਜਾਂਦੀ ਹੈ। ਊਰਜਾ ਵਿੱਚ ਸਮਾਰਟ ਗ੍ਰਿਡ ਸਿਸਟਮ ਨਾਲ ਕਾਫੀ ਲਾਭ ਪਹੁੰਚਿਆ ਹੈ। ਬਿਲਕੁਲ ਸਹੀ ਕਿਹਾ। AI ਆਟੋਮੇਸ਼ਨ ਨਾਲ ਆਵਾਜਾਈ, ਸਿੱਖਿਆ, ਸੁਰੱਖਿਆ, ਪ੍ਰਚੂਨ ਵਪਾਰ, ਸੈਰ ਸਪਾਟੇ ਵਰਗੇ ਖੇਤਰਾਂ 'ਚ ਵੀ ਲਾਭ ਪਹੁੰਚਿਆ ਹੈ। ਅੱਜਕੱਲ ਕੰਪਨੀਆਂ AI ਦੀ ਖੋਜ ਦੇ ਵਿੱਚ ਨਿਵੇਸ਼ ਕਰਕੇ ਆਪਣਾ ਕੰਮ ਵਧਾ ਰਹੀਆਂ ਨੇ। ਡਾਟਾ ਇੰਜੀਨੀਅਰਿੰਗ ਤੇ ਡਾਟਾ ਗਵਰਨੈਂਸ ਦੇ ਵਿਕਾਸ ਵੱਲ ਧਿਆਨ ਦੇ ਰਹੀਆਂ ਨੇ। ਪ੍ਰੋਫੈਸਰ ਬਲਵਿੰਦਰ ਜੀ, AI ਸਭ ਨੂੰ ਬਿਹਤਰ ਸਿੱਖਿਆ ਦੇਣ ਵਿੱਚ ਕੁਝ ਨਾ ਕੁਝ ਮਦਦ ਕਰ ਸਕਦੀ ਹੈ। ਇਹਨਾਂ ਸਭ ਗੱਲਾਂ ਤੋਂ ਸਪਸ਼ਟ ਹੈ ਕਿ AI ਆਟੋਮੇਸ਼ਨ ਦਾ ਭਾਰਤੀ ਅਰਥ ਵਿਵਸਥਾ ਉੱਪਰ ਬਹੁਤ ਸਾਰਾ ਪ੍ਰਭਾਵ ਪਏਗਾ। ਬਹੁਤ ਵਧੀਆ ਸਮਝਿਆ ਤੁਸੀਂ। ਪਰ ਅਸਲੀ ਲਾਭ ਤਦ ਹੀ ਪਹੁੰਚੇਗਾ ਜੇਕਰ AI ਦੀ ਵਰਤੋਂ ਸੇਵਾਵਾਂ ਬਿਹਤਰ ਬਣਾਉਣ ਲਈ ਤੇ ਸਰੋਤਾਂ ਦੇ ਮੁੱਠੀ ਭਰ ਹੱਥਾਂ 'ਚ ਕੇਂਦਰਿਤ ਹੋਣ ਤੋਂ ਰੋਕਣ ਲਈ ਹੋਵੇ। ਬਿਲਕੁਲ ਸਹੀ ਕਿਹਾ ਹੈ। ਪਰ ਇੱਕ ਗੱਲ ਹੈ ਪ੍ਰੋਫੈਸਰ ਬਲਵਿੰਦਰ, ਇਸ AI ਦੇ ਬਾਵਜੂਦ ਕਰੋਨਾ ਮਹਾਮਾਰੀ ਤੇ ਲਾਕਡਾਊਨ ਨੇ ਭਾਰਤੀ ਅਰਥ ਵਿਵਸਥਾ ਨੂੰ ਇੱਕ ਵਾਰੀ ਤੇ ਬਹੁਤ ਬੁਰੀ ਤਰ੍ਹਾਂ ਝਟਕਾ ਛੱਡਿਆ। ਸਹੀ ਕਿਹਾ ਪ੍ਰਕਾਸ਼ ਤੁਸੀਂ। 2020 ਦੀ ਪਹਿਲੀ ਛਮਾਹੀ 'ਚ ਤਾਂ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ। ਦੂਜੀ ਵੇਵ ਨੇ ਤਾਂ ਪੁਨਰ ਸੁਰਜੀਤੀ ਨੂੰ ਮੁੜ ਬੰਨ ਮਾਰ ਦਿੱਤਾ। ਹੁਣ ਤੱਕ ਕਾਰੋਬਾਰ ਦੀ ਮਾਲੀ ਹਾਲਤ ਨੂੰ ਜਲਦੀ ਸੁਧਾਰਨ ਦੇ ਲਈ ਕਈ ਕੰਪਨੀਆਂ ਡਿਜੀਟਲ ਟੈਕਨੋਲੋਜੀ ਦਾ ਵੱਧ ਤੋਂ ਵੱਧ ਪ੍ਰਯੋਗ ਕਰ ਰਹੀਆਂ ਨੇ। ਹਾਂ ਅੰਕਲ, ਮੇਰੇ ਖਿਆਲ 'ਚ ਤਾਂ ਸਾਡੀ ਅਰਥ ਵਿਵਸਥਾ ਦੀ ਪੁਨਰ ਸੁਰਜੀਤੀ 'ਚ AI ਕਾਫੀ ਮਦਦਗਾਰ ਹੋ ਸਕਦੀ ਹੈ। ਹਾਂ ਬਿਲਕੁਲ। ਕਈ ਅਧਿਐਨਾਂ 'ਚ ਸਪਸ਼ਟ ਹੋਇਆ ਹੈ ਕਿ AI ਆਟੋਮੇਸ਼ਨ ਦੀ ਮਦਦ ਨਾਲ ਵਿਗੜੀ ਹੋਈ ਆਰਥਿਕ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਸੰਭਵ ਹੈ। ਡਾਟਾ ਐਨਾਲਿਟਿਕਸ ਤੇ AI ਦੀ ਮਦਦ ਨਾਲ GST ਕਲੈਕਸ਼ਨ ਵਧੀ ਹੈ। ਹਾਂ ਜੀ ਹਾਂ, ਮਹਾਮਾਰੀ ਦੇ ਇਸ ਦੌਰ ਵਿੱਚ ਡਿਜੀਟਲ ਤਕਨੀਕ ਆਨਲਾਈਨ ਪੜ੍ਹਾਈ ਵਾਸਤੇ, ਵਿੱਤੀ ਲੈਣ ਦੇਣ ਵਾਸਤੇ ਬਹੁਤ ਸਹਾਈ ਹੋਈ ਹੈ। ਵਿੱਤੀ ਲੈਣ ਦੇਣ ਤੇ ਡਿਜੀਟਲ ਭੁਗਤਾਨ ਦੇ ਮਾਮਲੇ ਵਿੱਚ ਅਗਲੇ ਸਾਲ ਭਾਰਤ ਦੁਨੀਆ ਭਰ ਵਿੱਚ ਕਾਫੀ ਉੱਚੇ ਮੁਕਾਮ ਤੇ ਹੋਏਗਾ। ਸਰ, ਸ਼ਾਪਿੰਗ ਮਾਲ 'ਚ ਕੰਮ ਕਰਨ ਵਾਲਿਆਂ ਨੂੰ AI ਆਟੋਮੇਸ਼ਨ ਕਰਕੇ ਨੌਕਰੀਆਂ ਖਤਰੇ 'ਚ ਪੈ ਜਾਣ ਦਾ ਡਰ ਵੀ ਸਤਾ ਰਿਹਾ ਹੈ। ਹਾਂ, ਸੁਣਿਆ ਤਾਂ ਮੈਂ ਵੀ ਹੈ। ਅੰਕਲ, ਕੀ ਸੱਚਮੁੱਚ ਐਦਾਂ ਦਾ ਕੋਈ ਖਤਰਾ ਹੈ? ਨਹੀਂ, ਐਸੀ ਕੋਈ ਗੱਲ ਨਹੀਂ। ਦੇਖੋ, AI ਆਟੋਮੇਸ਼ਨ ਨਾਲ ਰੋਜ਼ੀ ਰੋਟੀ ਖੁੱਸਣ ਦਾ ਐਡਾ ਵੱਡਾ ਡਰ ਨਹੀਂ ਹੈ। ਜਿਵੇਂ ਜਿਵੇਂ ਕੰਪਨੀਆਂ AI ਆਟੋਮੇਸ਼ਨ ਵੱਲ ਵਧਣਗੀਆਂ, ਤਿਵੇਂ ਕੁਸ਼ਲ ਕਰਮਚਾਰੀਆਂ ਦੀ ਜ਼ਿਆਦਾ ਜ਼ਰੂਰਤ ਵੀ ਪਵੇਗੀ, ਜਿਸ ਕਰਕੇ ਬਿਹਤਰ ਮੌਕੇ ਪੈਦਾ ਹੋਣ ਦੀ ਵੀ ਸੰਭਾਵਨਾ ਹੈ। ਇਹ ਸਭ ਸਮਝਾਉਣ ਲਈ ਧੰਨਵਾਦ ਸਰ। ਹਾਂ, ਸਾਡੇ ਮਾਲ 'ਚ ਇੱਕ ਸੇਲਸ ਪ੍ਰਮੋਸ਼ਨ ਇਵੈਂਟ ਹੋਣ ਵਾਲਾ ਹੈ। ਇਸ ਮੌਕੇ ਉੱਪਰ ਆਟੋਮੇਟਿਡ ਮੈਸੇਜ ਸਿਸਟਮ ਦਾ ਸ਼ੁਭ ਆਰੰਭ ਵੀ ਹੋਣਾ ਹੈ।
ਇਹ ਸਿਸਟਮ ਗਾਹਕਾਂ ਦੇ ਈਮੇਲਸ ਦਾ ਖੁਦ ਹੀ ਜਵਾਬ ਦਿਆ ਕਰੇਗਾ। ਮੈਨੇਜਰ ਨੇ ਤੁਹਾਨੂੰ ਸਭ ਨੂੰ ਇਸ ਸਮਾਰੋਹ ਦਾ ਸੱਦਾ ਭੇਜਿਆ ਹੈ। ਵਾਹ ਵਾਹ ਭਾਈ, ਬਹੁਤ ਅੱਛਾ। ਦੇਖੋ, ਆਟੋਮੇਸ਼ਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਨਾਲ ਕਾਰੋਬਾਰ ਵੀ ਵਧੇਗਾ ਤੇ ਦੇਸ਼ ਦੀ ਆਰਥਿਕ ਰਫ਼ਤਾਰ ਵੀ ਤੇਜ਼ ਹੋਵੇਗੀ। ਸਰ, ਕੱਲ ਪਲੀਜ਼ ਸਾਡੇ ਮਾਲ 'ਚ ਜ਼ਰੂਰ ਆਉਣਾ, ਵੇਖਣਾ ਕਿ ਅਸੀਂ ਕਿਸ ਤਰ੍ਹਾਂ AI ਦਾ ਇਸਤੇਮਾਲ ਕਰ ਰਹੇ ਹਾਂ। ਬੇਟਾ ਦੇਖੋ, ਤੁਸੀਂ ਦਿਲ ਨਾਲ ਬੁਲਾਇਆ, ਅਸੀਂ ਜ਼ਰੂਰ ਆਵਾਂਗੇ। ਜੀ ਜ਼ਰੂਰ, ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ। ਸ਼ੋਰ ਬੇਟੇ। ਹਾਂ, ਉੱਥੇ ਅਸੀਂ AI ਤੇ ਇੱਕ ਲਘੂ ਫਿਲਮ ਵੀ ਵੇਖਾਂਗੇ। ਵੈਰੀ ਗੁੱਡ ਆਈਡੀਆ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ, ਆਉਣ ਵਾਲਾ ਕੱਲ ਦੀ 39ਵੀਂ ਕੜੀ। ਨੋਟ ਕਰੋ ਸਾਡੀ ਅੱਜ ਦੀ ਕੜੀ ਦੇ ਸਵਾਲ। ਸਵਾਲ ਨੰਬਰ 1, ਪ੍ਰੂਫ ਆਫ ਕਨਸੈਪਟ ਦਾ ਕੀ ਮਤਲਬ ਹੋਇਆ? ਸਵਾਲ ਨੰਬਰ 2, ਆਟੋਮੇਸ਼ਨ ਟੈਕਨੋਲੋਜੀ ਦੇ ਕਿਹੜੇ 3 ਕਾਰਕ ਨੇ ਤੇ ਇਹਨਾਂ ਦਾ ਰੁਜ਼ਗਾਰ ਤੇ ਮਾੜਾ ਪ੍ਰਭਾਵ ਕਿਵੇਂ ਘਟੇ? ਇਹਨਾਂ ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿਨ ਕੋਡ 144001। ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਸੁਨੀਲ ਜੋਸ਼ੀ, ਵਿਕਾਸ ਨੇਬ, ਰਮਨਦੀਪ, ਹਰਨਰਿੰਦਰ ਸਿੰਘ, ਹਰੀਸ਼ ਡੋਗਰਾ ਤੇ ਪੂਨਮ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।